ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਵਿੰਦਰ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ 'ਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਕੰਗਨਾ ਰਣੌਤ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਤੋਂ। ਕੰਗਨਾ ਨੂੰ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਫ਼ਤਰ ਦੀ ਭੰਨਤੋੜ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। BMC ਦੀ ਕਾਰਵਾਈ ਤੇ ਇਹ ਰੋਕ ਲਗਾਈ ਗਈ ਹੈ। ਨਾਜਾਇਜ਼ ਉਸਾਰੀ ਦੱਸਦਿਆਂ ਇਹ ਦਫ਼ਤਰ ਤੋੜਿਆ ਜਾ ਰਿਹਾ ਸੀ। ਕੰਗਨਾ ਦੇ ਦਫ਼ਤਰ ਦੇ ਕਈ ਹਿੱਸਿਆਂ ਦੇ ਵਿੱਚ BMC ਦੇ ਵੱਲੋਂ ਭੰਨਤੋੜ ਕੀਤੀ ਗਈ ਸੀ। ਉੱਥੇ ਤੁਹਾਨੂੰ ਦੱਸ ਦਈਏ ਕਿ ਥੋੜੀ ਹੀ ਦੇਰ ਦੇ ਵਿੱਚ ਕੰਗਨਾ ਰਣੌਤ ਮੁੰਬਈ ਪਹੁੰਚੇਗੀ, ਜਿਹੜੀ ਕਿ ਫਲਾਈਟ ਦੇ ਜ਼ਰੀਏ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ। ਕੁਝ ਹੀ ਦੇਰ ਦੇ ਵਿੱਚ ਕੰਗਨਾ ਰਣੌਤ ਮੁੰਬਈ ਪਹੁੰਚੇਗੀ। ਇਸ ਦੇ ਵਿਚਾਲੇ ਸਭ ਤੋਂ ਵੱਡੀ ਖਬਰ ਹੈ, ਕੰਗਨਾ ਨੂੰ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਫ਼ਤਰ ਦੀ ਭੰਨਤੋੜ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। BMC ਦੀ ਕਾਰਵਾਈ ਤੇ ਇਹ ਰੋਕ ਲਗਾਈ ਗਈ ਹੈ। ਨਾਜਾਇਜ਼ ਉਸਾਰੀ ਦੱਸਦਿਆਂ ਦਰਅਸਲ BMC ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਸੀ। ਤੁਸੀਂ ਉਸ ਵੇਲੇ ਦੀਆਂ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਕਿਵੇਂ JCB ਮਸ਼ੀਨਾਂ ਉੱਥੇ ਪਹੁੰਚਦੀਆਂ ਨੇ। ਉਸ ਤੋਂ ਬਾਅਦ 'ਚ ਕਈ ਹਿੱਸਿਆਂ ਨੂੰ, ਦਫ਼ਤਰ ਦੇ ਕਈ ਹਿੱਸਿਆਂ ਨੂੰ JCB ਮਸ਼ੀਨਾਂ ਦੇ ਦੁਆਰਾ ਢਾਇਆ ਜਾਂਦਾ ਹੈ। ਹਾਲਾਂਕਿ ਮੌਕੇ ਤੇ ਕੰਗਨਾ ਰਣੌਤ ਦੇ ਵਕੀਲ ਵੀ ਪਹੁੰਚਦੇ ਨੇ। ਉਹਨਾਂ ਦੇ ਵੱਲੋਂ ਇਹ ਪੂਰੀ ਕਾਰਵਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ BMC ਦੇ ਅਧਿਕਾਰੀ ਅਫਸਰ ਉਹਨਾਂ ਦੀ ਇੱਕ ਨਹੀਂ ਸੁਣਦੇ ਤੇ ਉਹਨਾਂ ਦੇ ਵੱਲੋਂ ਦਫ਼ਤਰ ਦੇ ਕਈ ਹਿੱਸਿਆਂ ਨੂੰ ਢਾ ਦਿੱਤਾ ਜਾਂਦਾ ਹੈ, ਭੰਨਤੋੜ ਕੀਤੀ ਜਾਂਦੀ ਹੈ ਤੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਕੰਗਨਾ ਰਣੌਤ ਦਾ ਦਫ਼ਤਰ ਹੈ ਉਸ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਇਆ ਗਿਆ ਹੈ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੁੰਬਈ ਤੋਂ ਮੇਰੇ सहयोगी अमित राय जुड़े हुए हैं। जी अमित, क्या है पूरी जानकारी? देखिए, अभी जो है बॉम्बे हाईकोर्ट में सुनवाई चल रही थी और इस पूरे जो तोड़क कार्रवाई है उस पे जो है रोक लगा दी गई है। बॉम्बे हाईकोर्ट में जो है कंगना के वकील ने कहा कि हमें कल एक नोटिस दी गई कि जो अंदर कार्य चल रहा है उसे रोक दिया जाए, लेकिन हमने अपने जवाब में लिखा कि अंदर कोई ऐसा काम चल ही नहीं रहा है, ना ही कोई अवैध निर्माण हो रहा है जिसे रोका जाए। और हमने 7 दिन का समय मांगा था कि हम अपनी पूरी जो पूरा फाइल है वो हम आपको सबमिट करेंगे चीजों को लेकर। लेकिन सुबह जो है BMC के अधिकारी अचानक आते हैं और कहते हैं कि आपने जो कल रिप्लाई दिया उससे हम संतुष्ट नहीं हो, जो आपने 7 दिन का समय मांगा वो हम आपको नहीं देंगे। और लगातार कुछ ही मिनटों में तोड़ा कार्रवाई शुरू हो जाती है। अंदर जो है हम देख रहे हैं किचन पूजा का जो मंदिर है उससे लेकर जो इनकी बालकनी है, कई सारी चीजों को जो है पूरी तरीके से ध्वस्त कर दिया गया। तो जब अदालत इस मामले में सुना और एक और तर्क जो है कंगना के वकील तरफ से ये दिया गया कि इस पैंडेमिक सिचुएशन को देख के बॉम्बे हाईकोर्ट ने कुछ दिन पहले एक फैसला सुनाया था कि कोई भी तोड़क कार्रवाई को न किया जाए, किसी को घर से बेघर न किया जाए और तोड़क कार्रवाई करते समय जो है जल्दबाजी न किया जाए, यानी तथ्यों को जो है ध्यान में रखा जाए। लेकिन बॉम्बे हाईकोर्ट के इस आदेश की भी जो है BMC ने अवहेलना की है। तो सारी बातों को सुनते हुए जो है कोर्ट ने जो है इस तोड़क कार्रवाई में स्टे लगा दिया और कल जो है 3 बजे जो है इस पूरे मामले पर दोबारा सुनवाई होगी। अच्छा अमित, ये भी क्लियर करो क्योंकि ये भी बड़ा सवाल है कि जो हाई कोर्ट की तरफ से राहत दी गई है, रोक लगाई गई है, ये परमानेंट रोक इसको कह सकते हैं या कुछ समय के लिए लगाई गई? देखिए, फिलहाल जो आज की कार्रवाई है उसको सुनते हुए इसे दिया गया है। अब कल पूरा मामला 3 बजे फिर सुना जाएगा और उसके बाद क्या फैसला होता है वो देखने वाली बात होगी। ठीक है अमित, तमाम जानकारी ਤੁਹਾਡਾ ਬਹੁਤ ਧੰਨਵਾਦ। ਮੇਰੇ ਸਹਿਯੋਗੀ ਅਮਿਤ ਰਾਏ ਜਾਣਕਾਰੀ ਦੇ ਰਹੇ ਸਨ। ਕੱਲ ਨੂੰ ਫਿਰ ਸੁਣਵਾਈ ਹੋਵੇਗੀ। ਫਿਲਹਾਲ ਕੰਗਨਾ ਨੂੰ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਫ਼ਤਰ ਦੀ ਭੰਨਤੋੜ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ। BMC ਦੀ ਕਾਰਵਾਈ ਤੇ ਇਹ ਰੋਕ ਲਗਾਈ ਗਈ ਹੈ। ਜਿਵੇਂ ਕਿ ਅੱਜ ਕੁਝ ਹੀ ਸਮਾਂ ਪਹਿਲਾਂ BMC ਦੀ ਪੂਰੀ ਟੀਮ ਉੱਥੇ ਪਹੁੰਚਦੀ ਹੈ JCB ਮਸ਼ੀਨਾਂ ਦੇ ਨਾਲ ਤੇ ਕੰਗਨਾ ਰਣੌਤ ਦੇ ਦਫ਼ਤਰ ਦੇ ਕਈ ਹਿੱਸਿਆਂ ਨੂੰ ਢਾਇਆ ਜਾਂਦਾ ਹੈ, ਬੁਰੀ ਤਰ੍ਹਾਂ ਭੰਨਤੋੜ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ 'ਚ ਹੀ ਕੰਗਨਾ ਰਣੌਤ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਜਾਂਦਾ ਹੈ। ਹਾਈ ਕੋਰਟ ਤੋਂ ਕੰਗਨਾ ਰਣੌਤ ਨੂੰ ਇੱਕ ਰਾਹਤ ਕਹੀ ਜਾ ਸਕਦੀ ਹੈ। ਦਫ਼ਤਰ ਦੀ ਭੰਨਤੋੜ ਤੇ ਫਿਲਹਾਲ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਤੇ ਕੱਲ ਨੂੰ ਮੁੜ ਤੋਂ ਇਸ ਮਾਮਲੇ ਤੇ ਸੁਣਵਾਈ ਹੋਵੇਗੀ। ਸ਼ਿਵ ਸੈਨਾ ਦੇ ਨਾਲ ਵਿਵਾਦ ਦੇ ਵਿਚਾਲੇ ਕੰਗਨਾ ਰਣੌਤ ਨੇ ਚੰਡੀਗੜ੍ਹ ਤੋਂ ਮੁੰਬਈ ਦੇ ਲਈ ਉਡਾਣ ਭਰੀ। ਵਾਈ ਕੈਟਾਗਰੀ ਦੀ ਸੁਰੱਖਿਆ ਹੇਠ ਮੁੰਬਈ ਦੇ ਵਿੱਚ ਬਾਲੀਵੁੱਡ ਕੁਈਨ ਕੁਝ ਹੀ ਸਮੇਂ ਦੇ ਵਿੱਚ ਐਂਟਰੀ ਕਰੇਗੀ। ਸ਼ਿਵ ਸੈਨਾ ਨੇ ਉੱਥੇ ਵਿਰੋਧ ਦਾ ਵੀ ਐਲਾਨ ਕੀਤਾ ਹੈ। ਚੰਡੀਗੜ੍ਹ ਤੋਂ ਫਲਾਈਟ ਦੇ ਜ਼ਰੀਏ ਕੰਗਨਾ ਰਣੌਤ ਰਵਾਨਾ ਹੋਈ ਸੀ ਤੇ ਕੁਝ ਹੀ ਦੇਰੀ ਦੇ ਵਿੱਚ ਉਹ ਮੁੰਬਈ ਪਹੁੰਚਣਗੇ। ਚੰਡੀਗੜ੍ਹ 에ਅਰਪੋਰਟ ਦੀਆਂ ਐਕਸਕਲੂਸਿਵ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਜਦੋਂ ਉਹ ਚੰਡੀਗੜ੍ਹ 에ਅਰਪੋਰਟ ਤੇ ਪਹੁੰਚੇ ਸਨ, ਫਲਾਈਟ ਦੇ ਵਿੱਚ ਸਵਾਰ ਹੋਏ ਸਨ, ਜਿਸ ਤੋਂ ਬਾਅਦ 'ਚ ਚੰਡੀਗੜ੍ਹ ਤੋਂ ਮੁੰਬਈ ਦੇ ਲਈ ਰਵਾਨਾ ਹੋਏ ਸਨ। ਉੱਥੇ ਹੀ ਜਿਸ ਵੇਲੇ ਇਹ BMC ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾਂਦੀ ਹੈ, ਉਸ ਦੇ ਦਫ਼ਤਰ ਦੀ ਭੰਨਤੋੜ ਕੀਤੀ ਜਾਂਦੀ ਹੈ, ਉਸ ਵੇਲੇ ਦੀਆਂ ਵੀ ਐਕਸਕਲੂਸਿਵ ਤਸਵੀਰਾਂ ਤੁਸੀਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਵੇਖ ਸਕਦੇ ਹੋ।
ਕੰਗਨਾ ਰਣੌਤ ਤੇ ਮਹਾਰਾਸ਼ਟਰ ਸਰਕਾਰ ਦੇ ਵਿਚਾਲੇ ਲਗਾਤਾਰ ਖਿੱਚੋਤਾਣ ਜਾਰੀ ਹੈ। ਕੰਗਨਾ ਦੇ ਮੁੰਬਈ ਪਹੁੰਚਣ ਤੱਕ ਬੀਐਮਸੀ ਐਕਸ਼ਨ ਦੇ ਵਿੱਚ ਆ ਗਈ। ਬੀਐਮਸੀ ਨੇ ਬਾਂਦਰਾ ਦੇ ਪਾਲੀ ਹਿੱਲ ਦੇ ਵਿੱਚ ਸਥਿਤ ਕੰਗਨਾ ਦੇ ਦਫ਼ਤਰ ਦੇ ਵਿੱਚ ਨਾਜਾਇਜ਼ ਉਸਾਰੀ ਨੂੰ ਲੈ ਕੇ 24 ਘੰਟੇ ਦੇ ਵਿੱਚ ਦੂਜਾ ਨੋਟਿਸ ਭੇਜਿਆ। ਇਸ ਤੋਂ ਕੁਝ ਦੇਰ ਬਾਅਦ ਹੀ ਬੀਐਮਸੀ ਦੀ ਇੱਕ ਟੀਮ ਬੁਲਡੋਜ਼ਰ, ਕਰੇਨ ਤੇ ਹਥੌੜੇ ਲੈ ਕੇ ਉੱਥੇ ਪਹੁੰਚਦੀ ਹੈ ਤੇ ਦਫ਼ਤਰ ਦਾ ਇੱਕ ਹਿੱਸਾ ਢਾਹ ਦਿੱਤਾ ਜਾਂਦਾ ਹੈ। ਬੀਐਮਸੀ ਦੀ ਇਸ ਕਾਰਵਾਈ ਦੇ ਖਿਲਾਫ ਕੰਗਨਾ ਨੇ ਬੰਬੇ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ। ਹਾਈ ਕੋਰਟ ਨੇ ਬੀਐਮਸੀ ਦੀ ਕਾਰਵਾਈ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਹਾਲਾਂਕਿ ਕੋਰਟ ਨੇ ਜਦੋਂ ਤੱਕ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਉਦੋਂ ਤੱਕ ਬੀਐਮਸੀ ਦੀ ਟੀਮ ਦਫ਼ਤਰ ਨੂੰ ਤੋੜ ਕੇ ਵਾਪਸ ਜਾ ਚੁੱਕੀ ਸੀ। ਹੁਣ ਇਸ ਮਾਮਲੇ ਦੇ ਵਿੱਚ ਕੱਲ ਦੁਪਹਿਰ 3 ਵਜੇ ਮੁੜ ਤੋਂ ਸੁਣਵਾਈ ਹੋਵੇਗੀ। ਤੁਸੀਂ ਚਾਰ ਤਸਵੀਰਾਂ ਵੇਖ ਸਕਦੇ ਹੋ ਕਿ ਕਿਵੇਂ ਬੀਐਮਸੀ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ। ਕੰਗਨਾ ਦਾ ਦਫ਼ਤਰ ਤੋੜਿਆ ਜਾਂਦਾ ਹੈ। ਉਸ ਤੋਂ ਬਾਅਦ 'ਚ ਕੰਗਨਾ ਰਣੌਤ ਦੇ ਵੱਲੋਂ ਟਵੀਟ ਕਰਕੇ ਮਹਾਰਾਸ਼ਟਰ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਜਾਂਦਾ ਹੈ। ਉੱਥੇ ਹੀ ਕੰਗਨਾ ਰਣੌਤ ਦੇ ਘਰ ਦੇ ਬਾਹਰ, ਜਿਹੜਾ ਕਿ ਮੁੰਬਈ ਦੇ ਵਿੱਚ ਉਹਨਾਂ ਦਾ ਘਰ ਹੈ, ਉਸ ਦੇ ਬਾਹਰ ਪੁਲਿਸ ਦਾ ਸਖਤ ਪਹਿਰਾ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਗਏ ਨੇ। ਸੋ ਸਿੱਧੇ ਤੌਰ ਤੇ ਕੰਗਨਾ ਬਨਾਮ ਸ਼ਿਵ ਸੈਨਾ ਆਪਸ ਦੇ ਵਿੱਚ ਆਮੋ ਸਾਹਮਣੇ ਨੇ। ਵਾਰ ਪਲਟਵਾਰ ਕੀਤਾ ਜਾ ਰਿਹਾ। ਮਹਾਰਾਸ਼ਟਰ ਸਰਕਾਰ ਦੇ ਵੱਲੋਂ ਆਪਣੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦਾ ਕਿ ਮੂੰਹ ਤੋੜ ਜਵਾਬ ਵੀ ਕੰਗਨਾ ਰਣੌਤ ਦੇ ਵੱਲੋਂ ਟਵੀਟ ਦੇ ਜ਼ਰੀਏ ਦਿੱਤਾ ਜਾ ਰਿਹਾ ਹੈ। ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਅਬਰਤਲ ਕੀਤੀ ਸੀ। ਆਪ ਦੇਖ ਸਕਦੇ ਹੋ ਮੁੰਬਈ ਦੀਆਂ ਪਹਿਲੀ ਤਸਵੀਰ 'ਚ ਵੇਖਿਆ ਜਾ ਸਕਦਾ ਹੈ। ਮੰਡੀ 'ਚ ਜਦੋਂ ਕੰਗਨਾ ਰਣੌਤ ਘਰੋਂ ਨਿਕਲਦੀ ਹੈ, ਉਸ ਤੋਂ ਬਾਅਦ 'ਚ ਮੰਡੀ ਦੇ ਵਿੱਚ ਹੀ ਮੰਦਿਰ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਜਾਂਦਾ ਹੈ, ਆਸ਼ੀਰਵਾਦ ਲਿਆ ਜਾਂਦਾ ਹੈ। ਉੱਥੇ ਫਿਰ ਨੰਗਲ ਦੇ ਵਿੱਚ ਪੰਜਾਬ ਦੇ ਵਿੱਚ ਐਂਟਰੀ ਦੀਆਂ ਤਸਵੀਰਾਂ ਵੀ ਤੁਸੀਂ ਕੰਗਨਾ ਰਣੌਤ ਦੀਆਂ ਵੇਖ ਸਕਦੇ ਹੋ। ਰੋਪੜ ਦੀਆਂ ਤਸਵੀਰਾਂ, ਜਦੋਂ ਰੋਪੜ ਦੇ ਵਿੱਚ ਕੰਗਨਾ ਰਣੌਤ ਦਾ ਪੂਰਾ ਕਾਫਲਾ ਪਹੁੰਚਦਾ ਹੈ, ਉਸ ਵੇਲੇ ਦੀਆਂ ਤਸਵੀਰਾਂ ਵੀ ਨਿਊਜ਼ 18 ਦੇ ਵੱਲੋਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ। ਫਿਰ ਚੰਡੀਗੜ੍ਹ 에ਅਰਪੋਰਟ ਤੇ ਕੰਗਨਾ ਰਣੌਤ ਪਹੁੰਚਦੀ ਹੈ, ਫਲਾਈਟ ਦੇ ਵਿੱਚ ਸਵਾਰ ਹੁੰਦੀ ਹੈ ਤੇ ਫਲਾਈਟ ਦੇ ਜ਼ਰੀਏ ਹੀ ਮੁੰਬਈ ਦੇ ਲਈ ਰਵਾਨਾ ਹੁੰਦੀ ਹੈ। ਤੁਸੀਂ ਵੱਖ-ਵੱਖ ਪੜਾਵਾਂ ਦੀਆਂ ਕਿ ਕਿਵੇਂ ਘਰ ਤੋਂ ਇਹ ਕਾਫਲਾ ਸ਼ੁਰੂ ਹੁੰਦਾ ਹੈ, ਚੰਡੀਗੜ੍ਹ ਤੋਂ ਪਹੁੰਚਦਾ ਹੈ। ਹੁਣ ਥੋੜੀ ਦੇਰ ਦੇ ਵਿੱਚ ਕੰਗਨਾ ਰਣੌਤ ਨੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਨੇ। ਤੁਸੀਂ 5 ਤਸਵੀਰਾਂ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਵੇਖ ਸਕਦੇ ਹੋ। ਉੱਥੇ ਬੀਐਮਸੀ ਦੀ ਕਾਰਵਾਈ ਤੇ ਹਿਮਾਚਲ ਦੇ ਸੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜੈਰਾਮ ਠਾਕੁਰ ਨੇ ਕਾਰਵਾਈ ਨੂੰ ਮੰਦਭਾਗਾ ਦੱਸਿਆ ਹੈ। ਉਹਨਾਂ ਦੇ ਕਹਿਣਾ ਕਿ ਅਜਿਹੀ ਕਾਰਵਾਈ ਦੀ ਕਲਪਨਾ ਵੀ ਨਹੀਂ ਕੀਤੀ ਗਈ ਸੀ। ਮਹਾਰਾਸ਼ਟਰ ਸਰਕਾਰ ਦੀ ਕਾਰਵਾਈ ਹਰ ਲਿਹਾਜ਼ ਤੋਂ ਗਲਤ ਹੈ। ਸਿੱਧੇ ਤੌਰ ਤੇ ਉਹਨਾਂ ਨੇ ਮਹਾਰਾਸ਼ਟਰ ਸਰਕਾਰ ਤੇ ਨਿਸ਼ਾਨਾ ਸਾਧਿਆ। ਮਹਾਰਾਸ਼ਟਰ ਸਰਕਾਰ ਨੇ ਲੋੜ ਤੋਂ ਵੱਧ ਕਾਰਵਾਈ ਕੀਤੀ ਹੈ। ਇਹ ਕਹਿਣਾ ਹੈ ਹਿਮਾਚਲ ਦੇ ਸੀਐਮ ਦਾ। ਕੰਗਨਾ ਦੇ ਲਈ ਉਧਵ ਠਾਕਰੇ ਦੇ ਨਾਲ ਗੱਲ ਕਰਾਂਗਾ। ਉਹਨਾਂ ਨੇ ਵੀ ਕਿਹਾ ਕਿ ਇਸ ਪੂਰੇ ਵਿਵਾਦ ਨੂੰ ਲੈ ਕੇ, ਪੂਰੇ ਮਸਲੇ ਨੂੰ ਲੈ ਕੇ ਉਧਵ ਠਾਕਰੇ ਦੇ ਨਾਲ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਵੇਗੀ। ਇਸ ਤੇ ਪੂਰੀ ਤਰ੍ਹਾਂ ਸਿਆਸਤ ਵੀ ਗਰਮਾ ਗਈ ਹੈ। ਸਿੱਧੇ ਤੌਰ ਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਜਿਹੜੀ ਵੀ ਕਾਰਵਾਈ ਬੀਐਮਸੀ ਦੇ ਵੱਲੋਂ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ, ਉਸ ਨੂੰ ਜੈਰਾਮ ਠਾਕੁਰ ਨੇ ਮੰਦਭਾਗਾ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਦੀ ਕਲਪਨਾ ਵੀ ਨਹੀਂ ਕੀਤੀ ਗਈ ਸੀ। ਮਹਾਰਾਸ਼ਟਰ ਸਰਕਾਰ ਦੀ ਕਾਰਵਾਈ ਹਰ ਲਿਹਾਜ਼ ਤੋਂ ਗਲਤ ਹੈ। ਇਹ ਕਹਿਣਾ ਹਿਮਾਚਲ ਦੇ ਸੀਐਮ ਜੈਰਾਮ ਠਾਕੁਰ ਦਾ। ਉਹਨਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਲੋੜ ਤੋਂ ਵੱਧ ਕਾਰਵਾਈ ਕੀਤੀ ਹੈ। ਉੱਥੇ ਉਹਨਾਂ ਨੇ ਕਿਹਾ ਕਿ ਕੰਗਨਾ ਦੇ ਲਈ ਉਧਵ ਠਾਕਰੇ ਦੇ ਨਾਲ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਵੇਗੀ। प्रसिद्ध फिल्म अभिनेत्री जिसका हिमाचल प्रदेश से ताल्लुक है, कंगना रनौत, उनके मुंबई स्थित कार्यालय को तोड़ दिया गया है बीएमसी की तरफ से, क्योंकि लगातार जो बयानबाजियां ट्विटर वॉर चल रहा था उसने एक तरह से राजनीतिक प्रतिशोध का रूप लिया है। इसी विषय पर बातचीत के लिए न्यूज 18 के साथ मौजूद है मुख्यमंत्री जयराम ठाकुर। सर, आपने भी कहा और हिमाचल की बेटी भी है और वहाँ मुश्किलों से घिरी है और जिस तरह का हालात इस वक्त है, आप क्या कहना चाहेंगे? क्या ये एक राजनीतिक प्रतिशोध लिया जा रहा है? देखो, मैं इसको राजनीति से नहीं जोड़ता हूँ। विशेष तौर से जिस प्रकार से वहाँ पर महाराष्ट्र सरकार ने कार्रवाई की है और वो सचमुच में दुर्भाग्यपूर्ण है, जिसको ठीक नहीं ठहराया जा सकता है। और कंगना रनौत
हिमाचल की बेटी है, इस नाते उनकी सुरक्षा की चिंता वो हमारी है। केंद्र सरकार ने भी इसमें सहयोग किया है। सीआरपीएफ की जो है कमांडो की एक टीम वहाँ पर उनकी सुरक्षा के लिए उपलब्ध कराई है। मैं केंद्र सरकार का भी विशेष तौर से अमित शाह जी का आभार व्यक्त करता हूँ। लेकिन इस प्रकार की कार्रवाई की हम कल्पना नहीं कर सकते जिस प्रकार की कार्रवाई वहाँ पर की गई है। ये सही मायने में दुर्भाग्यपूर्ण है और नहीं करना चाहिए था। मैं सिर्फ इतना ही कहना चाहता सर, क्या इस विषय को लेकर आप महाराष्ट्र सरकार को भी लिखेंगे या फिर केंद्र सरकार से भी आग्रह करेंगे कि ऐसी चीजें नहीं होनी चाहिए? निश्चित रूप से उनकी सुरक्षा से संबंधित हम सब लोगों की चिंता है, तो उसमें वहाँ के मुख्यमंत्री से अगर बात करने की जरूरत होगी और उनको लिखने की जरूरत होगी तो निश्चित रूप से लिखेंगे। सर, जैसे हालात हैं, हालांकि शिवसेना का पहले भाजपा के साथ गठबंधन रहा है लेकिन अब वो कांग्रेस के साथ है, तो ऐसे में कहीं ये तो नहीं है कि जिस तरह से वो राष्ट्रवाद की बात करती हैं, ये वो चीजें रही कि उनको टारगेट किया गया और जो हुआ है सुशांत सिंह राजपूत वाला मामला, फिल्म अभिनेता वाला सुसाइड वाला मामला हुआ है, उसमें भी आवाज बुलंद की है, तो क्या ये वजह रही होगी कि इस वजह से ये सारी चीजें हो रही हैं? मुझे जो लगता है कि वजह तो वही है, लेकिन उन वजहों को उस रूप में देखना चाहिए और ऐसी परिस्थिति में कम से कम यहाँ तक नहीं है कि आप उनके घर को ही तोड़ने में, ऑफिस को ही तोड़ने में आ जाएं। ये मुझे लगता है कि ये जरूरत से ज़्यादा रिएक्शन वहाँ की सरकार ने दिखाया है, जो दुर्भाग्यपूर्ण है। बिल्कुल, ये थे मुख्यमंत्री जयराम ठाकुर। इन्होंने कहा कि जो इस वक्त हालात हैं उसमें साफ लग रहा है कि ये ओवर रिएक्शन हुआ है और ऐसा नहीं होना चाहिए था, और इस विषय को लेकर जरूरत पड़ी तो महाराष्ट्र के मुख्यमंत्री के साथ भी हिमाचल प्रदेश के मुख्यमंत्री जयराम ठाकुर बात करेंगे। न्यूज़ 18 के लिए कैमरामैन दीपक राणा के साथ प्रदीप ठाकुर, शिमला। ਹੁਣ ਗੱਲ ਕਰਾਂਗੇ ਸਮੇਧ ਸੈਣੀ ਦੀ, ਜਿਸ ਨੂੰ ਲੈ ਕੇ ਸਵਾਲ ਬਰਕਰਾਰ ਹੈ ਕਿ ਆਖਰ ਸਮੇਧ ਸੈਣੀ ਹੈ ਕਿੱਥੇ। ਲਗਾਤਾਰ ਐਸਆਈਟੀ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਸੈਣੀ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਜਾਰੀ ਹੈ। ਹੁਸ਼ਿਆਰਪੁਰ, ਮੋਹਾਲੀ, ਸਿਰਸਾ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਤੇ ਡੱਬਵਾਲੀ ਦੇ ਵਿੱਚ ਵੀ ਐਸਆਈਟੀ ਵੱਲੋਂ ਰੇਡ ਕੀਤੀ ਗਈ ਹੈ। ਮੁਲਤਾਨੀ ਕੇਸ ਦੇ ਵਿੱਚ ਸੈਣੀ ਦੀ ਐਸਆਈਟੀ ਨੂੰ ਭਾਲ ਹੈ। ਹਾਈ ਕੋਰਟ ਤੋਂ ਸੈਣੀ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ। ਜਿਹੜਾ ਕਿ ਕੇਸ ਟ੍ਰਾਂਸਫਰ ਕਰਨ ਦੀ ਪਟੀਸ਼ਨ ਦਾਖਲ ਕੀਤੀ ਗਈ ਸਮੇਧ ਸੈਣੀ ਦੇ ਵੱਲੋਂ, ਉਸ ਪਟੀਸ਼ਨ ਨੂੰ ਵੀ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ। ਪਰ ਫਿਲਹਾਲ ਸਵਾਲ ਬਰਕਰਾਰ ਹੈ ਕਿ ਆਖਰ ਸਮੇਧ ਸੈਣੀ ਹੈ ਕਿੱਥੇ, ਐਸਆਈਟੀ ਦੇ ਸ਼ਿਕੰਜੇ ਦੇ ਵਿੱਚ ਕਿਉਂ ਨਹੀਂ ਆ ਰਿਹਾ। ਮੁਲਤਾਨੀ ਕੇਸ ਦੇ ਵਿੱਚ ਐਸਆਈਟੀ ਨੂੰ ਲਗਾਤਾਰ ਭਾਲ ਹੈ ਸਮੇਧ ਸੈਣੀ ਦੀ, ਜਿਹੜੇ ਕਿ ਪੰਜਾਬ ਦੇ ਸਾਬਕਾ ਡੀਜੀਪੀ ਨੇ, ਪਰ ਅਜੇ ਤੱਕ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਸਮੇਧ ਸੈਣੀ ਨਹੀਂ ਆ ਸਕਿਆ। ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਵੱਖ-ਵੱਖ ਟਿਕਾਣਿਆਂ ਤੇ ਐਸਆਈਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕਈ ਦਿਨਾਂ ਤੋਂ ਇਹ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਅਜੇ ਵੀ ਕੋਈ ਥੋ ਪਤਾ ਸਮੇਧ ਸੈਣੀ ਦਾ ਨਹੀਂ ਲੱਗ ਸਕਿਆ। तो ਸਮੇਧ ਸੈਣੀ ਨੂੰ ਲੈ ਕੇ ਲਗਾਤਾਰ ਐਸਆਈਟੀ ਛਾਪੇਮਾਰੀ ਕਰ ਰਹੀ ਹੈ। ਵੱਖ-ਵੱਖ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿੱਥੇ-ਜਿੱਥੇ ਵੀ ਸਮੇਧ ਸੈਣੀ ਦੀ ਰਿਹਾਇਸ਼ ਆ, ਉੱਥੇ ਤੋਂ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਵੀ ਇਹ ਸਵਾਲ ਬਣਿਆ ਹੋਇਆ ਹੈ। ਸਵਾਲ ਬਰਕਰਾਰ ਹੈ ਕਿ ਆਖਿਰਕਾਰ ਸਮੇਧ ਸੈਣੀ ਹੈ ਕਿੱਥੇ, ਸਮੇਧ ਸੈਣੀ ਕਿੱਥੇ ਚਲਾ ਗਿਆ, ਐਸਆਈਟੀ ਦੀ ਗ੍ਰਿਫਤ ਦੇ ਵਿੱਚ ਕਿਉਂ ਨਹੀਂ ਆ ਰਿਹਾ। ਸੋ ਲਗਾਤਾਰ ਇਹ ਸਵਾਲ ਬਣਿਆ ਹੋਇਆ। ਹਾਲਾਂਕਿ ਐਸਆਈਟੀ ਵੱਲੋਂ ਆਪਣੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਲਗਾਤਾਰ ਉਸ ਦੀ ਭਾਲ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੁਲਤਾਨੀ ਕੇਸ ਦੇ ਵਿੱਚ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਹਾਈ ਕੋਰਟ ਤੋਂ ਸੈਣੀ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ। ਕੇਸ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਸੀ, ਇਹ ਪਟੀਸ਼ਨ ਦਾਖਲ ਕੀਤੀ ਗਈ ਸੀ। ਇਸ ਪਟੀਸ਼ਨ ਨੂੰ ਵੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਤੇ ਹੁਣ ਲਗਾਤਾਰ ਜਿਹੜੀ ਕਿ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਸਮੇਧ ਸੈਣੀ ਤੇ। रुख करते हैं अगली खबर का। पठानकोट ਦੇ ਵਿੱਚ ਬਜ਼ੁਰਗ ਦੀ ਬੇਕਦਰੀ ਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ। ਪਿੰਡ ਘਿਆਲਾ ਦੇ ਵਿੱਚ 65 ਸਾਲਾ ਬਜ਼ੁਰਗ ਨੂੰ ਉਸਦੇ ਭਤੀਜੇ ਨੇ ਪਸ਼ੂਆਂ ਦੇ ਵਾੜੇ ਦੇ ਵਿੱਚ ਜੰਜੀਰਾਂ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ। ਬਜ਼ੁਰਗ ਨੇ ਖੁਦ ਜੰਜੀਰਾਂ ਖੋਲ ਕੇ ਪਿੰਡ ਵਾਸੀਆਂ ਨੂੰ ਆਪਣੀ ਦਾਸਤਾਨ ਬਿਆਨ ਕੀਤੀ। ਬਜ਼ੁਰਗ ਦੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ। ਪਿੰਡ ਵਾਸੀਆਂ ਨੇ ਹਿਊਮਨ ਰਾਈਟਸ ਦੇ ਮੈਂਬਰਾਂ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਹਿਊਮਨ ਰਾਈਟਸ ਦੇ ਪ੍ਰਧਾਨ ਨੇ ਬਜ਼ੁਰਗ ਵਿਅਕਤੀ ਨੂੰ ਇਨਸਾਫ ਦਿਵਾਉਣ ਤੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਹੈ। चार पाँच मार दे।
ਮਾਰਿਆ ਕਿੰਨੇ ਤਵੀ ਦੀ ਬਾਹਰ ਵੀ ਅੱਛਾ ਤੇ ਬੰਦੇ ਕਿੰਨੇ ਸੀ ਬੰਨਿਆ ਕਿੰਨੇ ਸੀ ਉਹਦਾ ਨਾਮ ਜਿਹੜਾ ਨਹੀਂ ਨੇ ਬਣਨਾ ਹਾਂ ਉੱਤੇ ਬਣਿਆ ਅੱਛਾ ਤੇ ਕਿੰਨੇ ਦਿਨ ਹੋਏ ਬੰਦੇ ਨੂੰ ਉਹ ਖੁੰਡਾ ਨਹੀਂ ਲੋਹੇ ਦਾ ਖੁੰਡੇ ਨਾਲ ਬੰਦੇ ਕਿੰਨੇ ਦਿਨ ਹੋਇਆ ਬੰਦੇ 4-5 ਦਿਨ ਹੀ ਆ ਸੋ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਸੁਖਜਿੰਦਰ ਜੁੜੇ ਹੋਏ ਨੇ। ਜੀ ਸੁਖਜਿੰਦਰ, ਆਪਣੇ ਆਪ ਦੇ ਵਿੱਚ ਬੇਕਦਰੀ ਕਿਵੇਂ ਕੀਤੀ ਗਈ, ਕਿਵੇਂ ਤਸ਼ੱਦਦ ਆਇਆ ਗਿਆ ਇੱਕ ਬਜ਼ੁਰਗ ਤੇ ਉਸਦੇ ਭਤੀਜੇ ਦੇ ਵੱਲੋਂ ਹੀ ਪਸ਼ੂਆਂ ਦੇ ਵਾੜੇ ਦੇ ਵਿੱਚ ਜੰਜੀਰਾਂ ਤੱਕ ਦੇ ਨਾਲ ਬੰਨ੍ਹ ਦਿੱਤਾ ਗਿਆ, ਹੁਣ ਤੱਕ ਅਪਡੇਟ ਕੀ ਹੈ, ਕੋਈ ਕਾਰਵਾਈ ਹੋਈ ਹੈ? बिल्कुल मैं दसना चाहवागा कि रिश्ते ਨੂੰ ਤਾਰ ਕਰਨ ਵਾਲੀ ਇਹ ਘਟਨਾ ਜਿਹੜੀ ਹੈ ਪਿੰਡ ਝਾਲਾ ਤੋਂ ਹੈ ਤੇ ਲਗਾਤਾਰ ਜਿਹੜਾ ਆ ਆਪਣੇ ਇਥੋਂ ਖਬਰਾਂ ਆ ਰਹੀਆਂ ਸੀ ਕਿ ਇੱਥੇ ਕਿਸੇ ਬਜ਼ੁਰਗ ਨੂੰ ਬੰਨਿਆ ਹੋਇਆ ਤਾਂ ਸਥਾਨਕ ਲੋਕਾਂ ਵੱਲੋਂ ਜਿਹੜਾ ਆ ਪਹਿਲ ਕਦਮੀ ਕਰਕੇ ਇਸ ਬਜ਼ੁਰਗ ਨੂੰ ਉੱਥੋਂ ਛੁਡਾਇਆ ਗਿਆ ਪਰ ਬਾਅਦ ਵਿੱਚ ਜਿਹੜੇ ਇਸ ਬਜ਼ੁਰਗ ਨੇ ਆ ਕੇ ਆਪਣੀ ਆਪ ਹੀ ਦੱਸੀ ਆ। ਫਿਲਹਾਲ ਹਿਊਮਨ ਰਾਈਟ ਵੱਲੋਂ ਜਿਹੜਾ ਆ ਇਸ ਬਜ਼ੁਰਗ ਦੀ ਗੱਲ ਨੂੰ ਸੁਣ ਕੇ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਅੱਗੇ ਦੀ ਜਿਹੜੀ ਉਹ ਕਾਰਵਾਈ ਜਾਰੀ ਹੈ। ਜੀ ਠੀਕ ਹੈ ਸੁਖਜਿੰਦਰ, ਪੂਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆਪਣੇ ਆਪ ਦੇ ਵਿੱਚ ਸਾਡੀ ਮਾਨਸਿਕਤਾ ਤੇ ਰਿਸ਼ਤੇ ਨਾਤਿਆਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ। ਇੱਕ ਭਤੀਜੇ ਦੇ ਵੱਲੋਂ ਹੀ ਕਿਵੇਂ ਬਜ਼ੁਰਗ ਦੀ ਬੇਕਦਰੀ ਕੀਤੀ ਗਈ, ਤਸ਼ੱਦਦ ਢਾਇਆ ਗਿਆ। 65 ਸਾਲ ਇਸ ਬਜ਼ੁਰਗ ਦੀ ਉਮਰ ਹੈ ਜਿਸ ਨੂੰ ਕਿ ਪਸ਼ੂਆਂ ਦੇ ਵਾੜੇ ਦੇ ਵਿੱਚ ਜੰਜੀਰਾਂ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਤੇ ਪੂਰੀ ਦਾਸਤਾਨ ਬਜ਼ੁਰਗ ਨੇ ਖੁਦ ਬਿਆਨ ਕੀਤੀ ਹੈ। ਫਿਲਹਾਲ ਇੱਥੇ ਰੁਕ ਰਹੇ ਹਾਂ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੁੜ ਤੋਂ ਗੱਲ ਕਰਾਂਗੇ ਸਾਬਕਾ ਡੀਜੀਪੀ ਸਮੇਤ ਸੈਣੀ ਦੀ, ਜਿਸ ਦੀ ਕਿ ਲਗਾਤਾਰ ਪਾਲ ਹੈ ਐਸਆਈਟੀ ਨੂੰ। ਵੱਖ-ਵੱਖ ਟਿਕਾਣਿਆਂ ਤੇ ਐਸਆਈਟੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸਮੇਤ ਸੈਣੀ ਦਾ ਕੋਈ ਵੀ ਸੁਰਾਗ, ਕੋਈ ਵੀ ਜਾਣਕਾਰੀ, ਕੋਈ ਵੀ ਥੋ ਪਤਾ ਨਹੀਂ ਲੱਗ ਸਕਿਆ। ਉਸਦੇ ਹੁਸ਼ਿਆਰਪੁਰ, ਮੋਹਾਲੀ, ਸਿਰਸਾ ਦੇ ਜਿਹੜੇ ਵੀ ਟਿਕਾਣੇ ਨੇ ਜਿੱਥੇ ਵੀ ਉਹਦੀ ਰਿਹਾਇਸ਼ ਹੈ ਉਸ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਐਸਆਈਟੀ ਵੱਲੋਂ ਪਰ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉੱਥੇ ਦਿੱਲੀ ਤੇ ਡੱਬਵਾਲੀ ਦੇ ਵਿੱਚ ਵੀ ਐਸਆਈਟੀ ਵੱਲੋਂ ਰੇਡ ਕੀਤੀ ਗਈ ਹੈ। ਮੁਲਤਾਨੀ ਕੇਸ ਦੇ ਵਿੱਚ ਸੈਣੀ ਦੀ ਦਰਅਸਲ ਐਸਆਈਟੀ ਨੂੰ ਪਾਲ ਹੈ, ਇਸ ਨੂੰ ਲੈ ਕੇ ਲਗਾਤਾਰ ਐਸਆਈਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾਵਾਂ ਤੇ ਪਰ ਅਜੇ ਤੱਕ ਸਵਾਲ ਬਰਕਰਾਰ ਹੈ ਕਿ ਆਖਿਰਕਾਰ ਸਮੇਤ ਸੈਣੀ ਹੈ ਕਿੱਥੇ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਹਾਈ ਕੋਰਟ ਤੋਂ ਸੈਣੀ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ। ਕੇਸ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਸੀ, ਉਸ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ। ਸਿੱਧਾ ਰੁਖ ਕਰਦੇ ਹਾਂ ਚੰਡੀਗੜ੍ਹ ਦਾ, ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ। ਮਨੋਜ, ਲਗਾਤਾਰ ਇਹ ਸਵਾਲ ਬਰਕਰਾਰ, ਲਗਾਤਾਰ ਇਹ ਸਵਾਲ ਬਣਿਆ ਹੋਇਆ, ਗ੍ਰਿਫਤਾਰੀ ਦੀ ਤਲਵਾਰ ਚਾਹੇ ਕਿ ਲਟਕ ਰਹੀ ਹੈ, ਲਗਾਤਾਰ ਪਟੀਸ਼ਨਾਂ ਵੀ ਜਿਹੜੀਆਂ ਨੇ ਸਮੇਤ ਸੈਣੀ ਦੀਆਂ ਉਹ ਵੀ ਰੱਦ ਹੋ ਰਹੀਆਂ ਨੇ ਪਰ ਆਖਿਰਕਾਰ ਐਸਆਈਟੀ ਦੇ ਹੱਥ ਦੇ ਵਿੱਚ, ਐਸਆਈਟੀ ਦੇ ਸ਼ਿਕੰਜੇ ਦੇ ਵਿੱਚ ਸਮੇਤ ਸੈਣੀ ਕਿਉਂ ਨਹੀਂ ਆ ਰਿਹਾ? ਆਖਿਰਕਾਰ ਸਵਾਲ ਬਰਕਰਾਰ ਹੈ ਕਿ ਆਖਿਰ ਸਮੇਤ ਸੈਣੀ ਹੈ ਕਿੱਥੇ? ਹੁਣ ਤੱਕ ਦੀ ਤਾਜ਼ਾ ਅਪਡੇਟ ਕੀ ਹੈ? देखो परमिंदर, सब तो बड़ी गल है कि सवाल बिल्कुल तुसीं जिद्दां कहा कि आखिर सुमेध सिंह सैनी साबका डीजीपी है कित्थे, क्योंकि लगातार मुश्किलां बढ़दी जा रही है ते देर रात जिहड़ी स्पैशल इन्वेस्टिगेशन टीम है उन्हां दे वल्लों मोहाली, हुशियारपुर, सिरसा, डब्वाली, दिल्ली, चंडीगढ़ के नेड़े जिहड़ा नया गांव, कांसल, इत्थे जिहड़े भी सैनी दे जिहड़े एसोसीएट्स ने, जिहड़े करीबी ने, उन्हां दे घर छापेमारी की गई। जिहड़ी ये छापेमारी है 2 बजे 3 बजे अलग अलग जिहड़ी एसआईटी दी जिहड़ी टीम्स है उन्हां वल्लों की गई है। रात नूं 2 बजे, रात नूं 3 बजे, सवेरे 4 बजे, 5 बजे, इस तरह ये छापेमारी की गई है। लेकिन हजे तक जिहड़ी इन्फॉर्मेशन है कि सुमेध सिंह सैनी दा कुछ भी पता नहीं लग पाया। सब तो वड्डी गल, सब तो वड्डा सवाल है वो अंडरग्राउंड है, अपनी सिक्योरिटी नूं छड्ड के अपने घर दे बाहर उन्हां दी जिहड़ी सिक्योरिटी है वो उत्थे मौजूद है लेकिन सुमेध सिंह सैनी गायब है। ये सारी जगह जिहड़ी दसी मैं मोहाली, हुशियारपुर, सिरसा, डब्वाली, दिल्ली, चंडीगढ़ के नेड़े होर चंडीगढ़ जी भी उन्हां दे जिहड़े करीबी है उन्हां दे घर देर रात नूं ये छापेमारी की गई है लेकिन सुमेध सिंह सैनी दा कुछ भी पता नहीं लग पाया। लगातार कल भी उन्हां दी जिहड़ी दोनों बेल जिहड़ी एप्लीकेशन सी ते नाल जिहड़ी केस ट्रांसफर दी उन्होंने पिटीशन पाई सी वो भी डिसमिस कर दी गई है। तो किते ना किते जिहड़ा शिकंजा है एसआईटी दा अलग अलग जिहड़ी टीमां बनाई गई है उन्हां दा जिहड़ा शिकंजा है वो लगातार हुण तेज हो चलिया, यानी कि हुण जिहड़ी एसआईटी दी जिहड़ी टीम है, एसआईटी दी जिहड़ी इन्वेस्टिगेशन है, एसआईटी दी जिहड़ा शिकंजा है, एसआईटी दी जिहड़ी छापेमारी है वो लगातार बढ़ रही है। तो किते ना किते आपां कह सकते हैं कि हुण सुमेध सिंह सैनी दी जिहड़ा मुश्किल है वो लगातार बढ़ रही है क्योंकि हुण ऑप्शन की रहा, ऑप्शन सिर्फ सुमेध सिंह सैनी कोल रहा है कि सुप्रीम कोर्ट जाना। हालांकि हाई कोर्ट की हुण ऑप्शन नहीं है, हाई कोर्ट च उन्हां दी जिहड़ी बेल एप्लीकेशन है
ਜਿਹੜੀ ਐਂਟੀ ਜਿਹੜੀ ਹੋਰ ਜਿਹੜੀ ਕੇਸ ਟ੍ਰਾਂਸਫਰ ਦੀ ਜਿਹੜੀ ਐਪਲੀਕੇਸ਼ਨ ਸੀ ਉੱਥੋਂ ਡਿਸਮਿਸ ਹੋ ਚੱਲੀ ਹੈ, ਯਾਨੀ ਕਿ ਹਾਈ ਕੋਰਟ ਦਾ ਦਰਵਾਜ਼ਾ ਹੁਣ ਬੰਦ। ਦੂਜਾ ਹੁਣ ਸੁਪਰੀਮ ਕੋਰਟ ਆਪਸ਼ਨ ਜ਼ਰੂਰ ਬਚਦਾ, ਲੇਕਿਨ ਹੁਣ ਸੁਪਰੀਮ ਕੋਰਟ ਕਦ ਉਹ ਆਪਣੀ ਐਪਲੀਕੇਸ਼ਨ ਲਾਣਗੇ, ਲੇਕਿਨ ਇਸ ਤੋਂ ਪਹਿਲਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਇੱਕ ਸਮਾਂ ਮਿਲਿਆ, ਯਾਨੀ ਕਿ ਉਹਨਾਂ ਨੂੰ ਟਾਈਮ ਮਿਲਿਆ ਕਿ ਇਹਦੇ ਵਿੱਚ ਜੇ ਗ੍ਰਿਫਤਾਰੀ ਹੁੰਦੀ ਹੈ, ਕਿਉਂਕਿ ਲਗਾਤਾਰ ਕੋਰਟ 'ਚ ਇਹ ਗੱਲ ਕੀਤੀ ਗਈ ਸੀ ਉਹਨਾਂ ਦੇ ਵਕੀਲ ਵੱਲੋਂ ਕਿ ਭਈ ਸੁਮੇਸ਼ ਸਿੰਘ ਸੈਣੀ ਦੀ ਜਿਹੜੀ ਕਸਟਡੀ ਹੈ ਉਹ ਬਹੁਤ ਜ਼ਰੂਰੀ ਹੈ, ਯਾਨੀ ਕਿ ਜਿਹੜਾ ਵੀ ਬਲਵੰਤ ਸਿੰਘ ਕਿਡਨੈਪਿੰਗ ਮਾਮਲਾ ਹੋਇਆ 1991 'ਚ ਕਿਹੜੇ ਚੀਜ਼ਾਂ ਹੋਈਆਂ, ਕਿਹੜੀ ਥਾਂ ਤੇ ਕਿਹੜੇ ਕਾਦਿਆਂ 'ਚ ਜੇ ਲੈ ਕੇ ਗਿਆ, ਇੱਥੇ ਕੀ 3rd ਡਿਗਰੀ ਜਿਹੜੀ ਹੈਗੀ 17 ਥਾਣੇ 'ਚ ਕਰਾਈ ਗਈ, ਇਹ ਸੁਮੇਸ਼ ਸਿੰਘ ਸੈਣੀ ਦੇ ਕਹਿਣੇ ਤੇ ਹੋਇਆ, ਕਿਸ ਤਰ੍ਹਾਂ ਦੇ ਕਹਿਣੇ ਤੇ ਹੋਇਆ, ਕਿਉਂਕਿ ਉਸ ਟਾਈਮ ਮੌਜੂਦਾ ਜਿਹੜੇ ਐਸਐਸਪੀ ਸੁਮੇਸ਼ ਸਿੰਘ ਸੈਣੀ ਸੀਗੇ। ਹਾਲਾਂਕਿ ਹੁਣ ਇਹ ਸਾਰਾ ਜਿਹੜੇ ਸਰਕਮਸਟੈਂਸਿਸ ਬੜੇ ਨੇ, ਸਾਰੇ ਜਿਹੜੇ ਸਬੂਤ ਇਕੱਠੇ ਹੋਏ ਨੇ, ਜਿਹੜੇ ਵਾਦਾ ਮਾਫੀ ਦੇ ਜਿਹੜੇ ਕੋ ਐਕਿਊਜ਼ਡ ਹੈ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਦਿੱਤੀ ਹੈ, ਤਾਂ ਕਿਤੇ ਨਾ ਕਿਤੇ ਹੁਣ ਇਹ ਸਾਰੀ ਚੀਜ਼ਾਂ ਇਕੱਠ ਹੋ ਚੱਲੀਆਂ ਤੇ ਲਗਾਤਾਰ ਸੁਮੇਸ਼ ਸਿੰਘ ਸੈਣੀ ਦੀ ਮੁਸ਼ਕਿਲਾਂ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਤੁਸੀਂ ਲਗਾਤਾਰ ਜਿਹੜੀ ਐਸਆਈਟੀ ਵੱਲੋਂ ਸਾਡੀ ਲਗਾਤਾਰ ਗੱਲਬਾਤ ਹੋ ਰਹੀ ਹੈ, ਜਿਹੜੇ ਉਹਨਾਂ ਦੇ ਹੈੱਡ ਨੇ ਵਿਕਰਮਜੀਤ ਸਿੰਘ ਬਰਾੜ, ਉਹਨਾਂ ਨੇ ਸਾਡੀ ਗੱਲਬਾਤ ਕੀਤੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਲਗਾਤਾਰ ਸਾਫ਼ ਤੌਰ ਤੇ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਬਈ ਸੁਮੇਸ਼ ਸਿੰਘ ਸੈਣੀ ਦੀ ਜਿਹੜੀ ਮੁਸ਼ਕਿਲਾਂ ਹੈ ਉਹ ਲਗਾਤਾਰ ਵਧੀ ਹੈ, ਯਾਨੀ ਕਿ ਛਾਪੇਮਾਰੀ ਹੋਰ ਜਿਹੜੀ ਹੈ ਤੇਜ਼ ਕਰ ਦਿੱਤੀ ਗਈ ਹੈ। 7 ਪਹਿਲਾਂ ਟੀਮਾਂ ਬਣਾਈ ਗਈ ਸੀ, ਹੁਣ ਟੀਮ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ, ਯਾਨੀ ਕਿ ਟੀਮਾਂ ਜਿਹੜੀ ਹੈਗੀ 9 ਤੋਂ 10 ਜਿਹੜੀ ਟੀਮਾਂ ਉਹ ਬਣਾਈ ਗਈ ਹੈ। ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਰ ਅਪਡੇਟ ਤੁਹਾਡਾ ਫਿਰ ਰੁਕ ਕਰਾਂਗੇ ਤੇ ਫਿਲਹਾਲ ਸਵਾਲ ਬਰਕਰਾਰ ਹੈ ਕਿ ਆਖਿਰਕਾਰ ਸੁਮੇਸ਼ ਸੈਣੀ ਹੈ ਕਿੱਥੇ। ਹਾਲਾਂਕਿ ਐਸਆਈਟੀ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਲਗਾਤਾਰ ਉਸ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਇੱਥੇ ਰੁਕ ਰਹੇ ਹਾਂ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਆ।